Today we are going to discuss the next article, the root mean square or effective value of alternating current. रूट मीन स्केयर वैल्यू कह लो ਜਾਂ ਇਹਦਾ दूसरा नाम है इफेक्टिव वैल्यू ऑफ ऑल्टरनेटिंग करंट। एक थर्ड नेम ਇਹਦਾ ਹੋਰ है वर्चुअल वैल्यू ऑफ ऑल्टरनेटिंग करंट। ਅੱਜ ਅਸੀਂ ਇਹਦੇ ਬਾਰੇ ਜਿਹੜਾ ਆਪਾਂ ਡਿਸਕਸ ਕਰਾਂਗੇ। ਲਾਸਟ ਲੈਕਚਰ ਦੇ ਵਿੱਚ ਜਿਹੜਾ ਅਸੀਂ ਡਿਸਕਸ ਕੀਤਾ ਸੀਗਾ ਮੀਨ ਵੈਲਿਊ ਆਫ ਆਲਟਰਨੇਟਿੰਗ ਕਰੰਟ। ਆਈ ਹੋਪ ਕਿ ਤੁਸੀਂ ਉਹਨੂੰ ਚੰਗੇ ਤਰੀਕੇ ਨਾਲ ਕਰ ਲਿਆ। ਮੀਨ ਵੈਲਿਊ ਅਸੀਂ ਜਦੋਂ ਬੇਟਾ ਨਿਕਾਲੀ ਸੀਗੀ ਤੇ ਸਿਰਫ ਅਸੀਂ ਹਾਫ ਸਾਈਕਲ ਦੀ ਨਿਕਾਲਦੇ ਹਾਂ, ਕਿਉਂਕਿ ਕੰਪਲੀਟ ਸਾਈਕਲ ਦੀ ਜਿਹੜੀ ਮੀਨ ਵੈਲਿਊ ਹੈ ਆਲਟਰਨੇਟਿੰਗ ਕਰੰਟ ਦੀ ਉਹ 0 ਹੁੰਦੀ ਹੈ। ਨਾਓ in this article we are going to find the root mean square value। root mean square value ਨੂੰ RMS value ਵੀ ਅਸੀਂ ਬੋਲ ਸਕਦੇ ਹਾਂ ਤੇ ਇਹਨੂੰ ਲਿਖਣ ਦਾ ਤਰੀਕਾ ਕੀ ਹੈ RMS। ਇਹਨੂੰ ਕੀ ਪੜਾਂਗੇ ਅਸੀਂ root mean square value of alternating current। ਜੇ ਚਾਹੋ ਤੇ ਤੁਸੀਂ ਇਹਦੇ ਪੈਰ ਵਿੱਚ EFF ਪਾ ਸਕਦੇ ਹਾਂ। We can read it as effective value of alternating current or you can write it as IV, virtual value of alternating current। ਇਹ ਤਿੰਨੋਂ ਹੀ ਸੇਮ ਚੀਜ਼ ਹੈ, ਭਾਵੇਂ ਤੁਸੀਂ ਇਹਨੂੰ ਕਹੋ ਰੂਟ ਮੀਨ ਸਕੁਅਰ ਵੈਲਿਊ ਜਾਂ ਇਫੈਕਟਿਵ ਵੈਲਿਊ ਜਾਂ ਅਸੀਂ ਕਹਿ ਸਕਦੇ ਇਹਨੂੰ ਵਰਚੁਅਲ ਵੈਲਿਊ। ਆਓ ਪਹਿਲਾਂ ਇਹਦੀ ਅਸੀਂ ਡੈਫੀਨੇਸ਼ਨ ਡਿਸਕਸ ਕਰਦੇ ਹਾਂ। ਸੇਮ ਡੈਫੀਨੇਸ਼ਨ ਹੈ ਜਿਸ ਤਰ੍ਹਾਂ ਬੇਟਾ ਅਸੀਂ ਮੀਨ ਵੈਲਿਊ ਦੀ ਬਣਾਈ ਸੀਗੀ। ਜੇ ਉਹ ਡੈਫੀਨੇਸ਼ਨ ਯਾਦ ਹੋਏ ਥੋੜਾ ਜਿਹਾ ਅਸੀਂ ਇਹਦੇ ਵਿੱਚ ਜਸਟ ਥੋੜੀ ਚੇਂਜ ਕਰਨੀ ਹੈ। ਨਾਓ root mean square value of alternating current is that value of steady current। same ਉੱਥੇ ਲਿਖਿਆ ਸੀ ਅਸੀਂ mean value of alternating current is that value of steady current। ਇੱਥੇ ਜਸਟ root mean square value ਆਪਾਂ ਲਿਖ ਦਿੱਤਾ ਹੈ। now which produces same amount of heat। ਜਦੋਂ ਵੀ ਕਰੰਟ ਕਿਸੇ ਕੰਡਕਟਰ ਦੇ ਵਿੱਚੋਂ ਪਾਸ ਹੁੰਦਾ ਹੈ ਤੇ ਆਪਾਂ ਪੜਿਆ ਹੀਟਿੰਗ ਇਫੈਕਟ ਆਫ ਕਰੰਟ। ਵਾਇਰ ਜਿਹੜੀ ਹੈ ਕੰਡਕਟਰ ਜਿਹੜਾ ਹੈ ਬੇਟਾ ਉਹ ਗਰਮ ਹੋ ਜਾਂਦਾ ਹੈ। ਨਾਓ ਜਦੋਂ ਕਰੰਟ ਆਲਟਰਨੇਟਿੰਗ ਹੋਵੇ, ਭਾਵੇਂ ਡਾਇਰੈਕਟ ਕਰੰਟ ਹੋਵੇ, ਜਿਹੜਾ ਮਰਜ਼ੀ ਕਰੰਟ ਹੋਵੇ, ਜਦੋਂ ਕੰਡਕਟਰ 'ਚ ਪਾਸ ਹੋਏਗਾ ਕੰਡਕਟਰ ਦੇ ਵਿੱਚ ਹੀਟ ਪ੍ਰੋਡਿਊਸ ਹੋਏਗੀ ਤੇ ਉਹ ਜਿਹੜੀ ਹੀਟ ਹੈ ਇਹ ਅਸੀਂ ਉਹਦਾ ਫਾਰਮੂਲਾ ਆਲਰੇਡੀ ਪੜਿਆ ਹੈ ਕਿ ਜਿਹੜੀ ਹੀਟ ਕੰਡਕਟਰ ਦੇ ਵਿੱਚ ਪ੍ਰੋਡਿਊਸ ਹੁੰਦੀ ਹੈ ਕਰੰਟ ਦੇ ਕਰਕੇ ਉਹਦਾ ਫਾਰਮੂਲਾ ਕੀ ਹੁੰਦਾ ਹੈ I²RT। R ਕੀ ਚੀਜ਼ ਹੈ ਉਸ ਕੰਡਕਟਰ ਦਾ ਰੈਜ਼ਿਸਟੈਂਸ, T ਕੀ ਚੀਜ਼ ਹੈ ਜਿੰਨਾ ਟਾਈਮ ਅਸੀਂ ਕਰੰਟ ਨੂੰ ਪਾਸ ਕੀਤਾ ਐਂਡ I ਕਰੰਟ ਉਹਦਾ ਸਕੁਅਰ ਆਏਗਾ। ਇਹ ਪਹਿਲਾ ਫਾਰਮੂਲਾ ਆਪਣੇ ਮਾਈਂਡ 'ਚ ਰੱਖਣਾ ਹੈ ਕਿ ਜਦੋਂ ਵੀ ਕੰਡਕਟਰ ਦੇ ਵਿੱਚੋਂ ਅਸੀਂ ਕਰੰਟ ਪਾਸ ਕਰਨਾ ਹੈ, ਭਾਵੇਂ ਉਹ ਕਰੰਟ ਸਟੈਡੀ ਹੋਵੇ, ਭਾਵੇਂ ਉਹ ਕਰੰਟ ਆਲਟਰਨੇਟਿੰਗ ਹੋਵੇ, ਹੀਟ ਤੇ ਪ੍ਰੋਡਿਊਸ ਹੋਣੀ ਹੀ ਹੋਣੀ ਹੈ। ਭਾਵੇਂ ਹਾਫ ਸਾਈਕਲ ਵਾਸਤੇ ਪਾਸ ਕਰੋ, ਭਾਵੇਂ ਫੁੱਲ ਸਾਈਕਲ ਵਾਸਤੇ ਪਾਸ ਕਰੋ, ਹੀਟ ਹਮੇਸ਼ਾ ਹੀ ਜਿਹੜੀ ਹੈ ਉਹ ਪ੍ਰੋਡਿਊਸ ਹੀ ਹੋਏਗੀ। ਨਾਓ ਪਹਿਲੇ ਜਿਹੜਾ ਡੈਫੀਨੇਸ਼ਨ ਸੀਗੀ ਮੀਨ ਵੈਲਿਊ, ਉਹਦੇ ਵਿੱਚ ਅਸੀਂ ਸੀ ਕਿ ਜਿਹੜਾ ਚਾਰਜ ਸੈਂਡ ਕੀਤਾ ਸੀਗਾ ਉਹ ਡੈਫੀਨੇਸ਼ਨ ਸੀਗੀ ਕਿ ਮੀਨ ਵੈਲਿਊ ਇਜ਼ that value of steady current which would send the same amount of charge। ਅੱਜ ਕੀ ਹੈ root mean square value is that value of steady current which produces same amount of heat in a conductor in a given time interval। ਅਸੀਂ ਹੁਣ ਟਾਈਮ ਲੈਣ ਲੱਗੇ ਆ, ਪੂਰਾ ਸਾਈਕਲ ਲੈ ਲਾਂਗੇ। ਉੱਥੇ ਆਪਾਂ ਹਾਫ ਸਾਈਕਲ ਨਿਕਾਲਦੇ ਆ ਕਿਉਂਕਿ ਕੰਪਲੀਟ ਸਾਈਕਲ ਦੀ ਜਿਹੜੀ ਮੀਨ ਵੈਲਿਊ ਸਾਡੇ ਕੋਲ 0 ਆਉਂਦੀ ਹੈ ਤੇ ਜਿਹੜੀ ਸਾਡੇ ਕੋਲ ਹੈਗਾ ਆਪਣੀ ਰੂਟ ਮੀਨ ਸਕੁਅਰ ਵੈਲਿਊ ਇਹ ਤੁਸੀਂ ਫੁੱਲ ਸਾਈਕਲ ਦੀ ਜਿਹੜੀ ਆਪਾਂ ਨਿਕਾਲਣੀ ਹੈ। as is produced by the alternating current in the same conductor for the same time। ਇੱਕੋ ਕੰਡਕਟਰ ਹੈ ਮੇਰੇ ਕੋਲ, ਮੰਨ ਲਓ ਵੀ ਸਾਡੇ ਕੋਲ ਇਹ ਕੋਈ ਕੰਡਕਟਰ ਹੈ, ਇਸ ਕੰਡਕਟਰ ਦੇ ਵਿੱਚ ਆਲਟਰਨੇਟਿੰਗ ਕਰੰਟ ਪਾਸ ਕੀਤਾ ਟਾਈਮ t ਵਾਸਤੇ, ਇਹਦੇ ਵਿੱਚ ਹੀਟ ਪ੍ਰੋਡਿਊਸ ਹੋਈ। ਜੇ ਓਨੀ ਹੀ ਹੀਟ ਸਾਡੀ ਜਿਹੜੀ ਸਟੈਡੀ ਕਰੰਟ ਕਰਕੇ ਪ੍ਰੋਡਿਊਸ ਹੋ ਜੇ ਸੇਮ ਕੰਡਕਟਰ ਦੇ ਵਿੱਚ ਸੇਮ ਟਾਈਮ ਵਾਸਤੇ ਤੇ ਉਸ ਸਟੈਡੀ ਕਰੰਟ ਦੀ ਵੈਲਿਊ ਨੂੰ
ਅਸੀਂ ਬੋਲਾਂਗੇ ਇਹਦੀ ਰੂਟ ਮੀਨ ਸਕੁਅਰ ਵੈਲਿਊ। ਇਹ ਪਿਛਲੇ ਆਰਟੀਕਲ 'ਚ ਮੈਂ ਤੁਹਾਨੂੰ ਇਹਨੂੰ ਜਿਹੜਾ ਡਿਟੇਲ ਦੇ ਵਿੱਚ ਜਿਹੜਾ ਤੁਹਾਨੂੰ ਸਮਝਾਤਾ ਸੀਗਾ। ਨਾਓ ਫਸਟ ਆਫ ਆਲ ਇਸ ਫਾਰਮੂਲੇ ਨੂੰ ਆਪਣੇ ਮਾਈਂਡ 'ਚ ਰੱਖੋ ਕਿ ਹੀਟ ਦਾ ਫਾਰਮੂਲਾ ਕੀ ਹੁੰਦਾ ਹੈ, I ਸਕੁਅਰ RT। ਇਹਦਾ ਮਤਲਬ ਬੇਟਾ ਮੈਂ ਜਿਹੜਾ ਹੁਣ ਚੱਲਾਂਗਾ ਪੂਰੇ ਜਿਹੜਾ ਆਰਟੀਕਲ ਦੇ ਵਿੱਚ ਜਿਹੜਾ ਅਸੀਂ ਆਰਟੀਕਲ ਪ੍ਰੂਵ ਕਰਨ ਲੱਗੇ ਆ, ਸਿਰਫ ਸਿਰਫ ਮੈਂ ਹੀਟ ਹੀ ਨਿਕਾਲਣੀ ਹੈ। ਪਹਿਲਾਂ ਹੀਟ ਨਿਕਾਲਾਂਗੇ ਆਲਟਰਨੇਟਿੰਗ ਕਰੰਟ ਕਰਕੇ ਜਿਹੜੀ ਪੈਦਾ ਹੋਈ, ਫਿਰ ਅਸੀਂ ਹੀਟ ਨਿਕਾਲਾਂਗੇ ਸਟੈਡੀ ਕਰੰਟ ਵਾਲੀ, ਦੋਨਾਂ ਨੂੰ ਇਕੁਏਟ ਕਰਕੇ ਵਿੱਚੋਂ ਅਸੀਂ ਰੂਟ ਮੀਨ ਸਕੁਅਰ ਵੈਲਿਊ ਜਿਹੜੀ ਹੈ ਆਪਾਂ ਨਿਕਾਲਾਂਗੇ। ਹਾਂਜੀ, ਸ਼ੁਰੂਆਤ ਕਿਸ ਤਰ੍ਹਾਂ ਕਰਾਂਗੇ, ਲੈਟ alternating current is given by alternating current ਦਾ ਫਾਰਮੂਲਾ ਸਭ ਨੂੰ ਪਤਾ ਹੈ ਕਿ I is equal to I naught sin omega t। this is your equation number 1। ਇਹ ਫਾਰਮੂਲਾ ਬੇਟਾ ਸਾਨੂੰ ਪਤਾ ਹੈ ਕਿ alternating current ਹੈ। ਇਹ alternating current ਕਾਦੇ ਵਿੱਚੋਂ ਲੰਘਣ ਲੱਗਾ ਹੈ, ਇਹ ਲੰਘੇਗਾ ਸਾਡੇ ਕੋਲ ਕੰਡਕਟਰ ਦੇ ਵਿੱਚੋਂ, ਵਿੱਚ ਕੀ ਪੈਦਾ ਹੋਏਗੀ, ਹੀਟ। ਅੱਗੇ ਕੀ ਲਿਖਾਂਗੇ, when this alternating current passes through, ਹਾਂਜੀ ਕਿਹਦੇ ਵਿੱਚੋਂ ਲੰਘੀ, through a ਕੰਡਕਟਰ ਜਿਹਦੀ ਜਿਹੜੀ ਹੈ ਆਫ ਰੈਜ਼ਿਸਟੈਂਸ, ਜਿਹਦੀ ਰੈਜ਼ਿਸਟੈਂਸ ਜਿਹੜੀ ਹੈ R ਹੈ। when this alternating current passes through a conductor of resistance R, किन्ने टाइम वास्ते, for time dt, then ਅਸੀਂ ਥੋੜੇ ਜਿਹੇ ਟਾਈਮ ਵਾਸਤੇ ਪਹਿਲਾਂ ਅਸੀਂ ਜਿਹੜੀ ਹੈ ਕਰੰਟ ਨੂੰ ਪਾਸ ਕਰਾਂਗੇ, ਕਿਉਂਕਿ ਸਾਡਾ ਕਰੰਟ ਜਿਹੜਾ ਟਾਈਮ ਵੇਰਿੰਗ ਹੈ, ਚੇਂਜਿੰਗ ਹੈ। ਅਸੀਂ ਇੱਥੇ ਲਗਾਉਣਾ ਹੈ ਇੰਟੈਗ੍ਰੇਸ਼ਨ ਮੈਥਡ। for time dt, then small amount of heat produced is given by, थोड़ी ਜਿਹੜੀ हीट पैदा होएगी वो कितनी आएगी, DH। D क्यों लगाया, क्योंकि स्मॉल हीट प्रोड्यूस होएगी। फॉर्मूला की हैगा I स्क्वायर R ਤੇ ਨਾਲ ਆ ਜਾਏਗਾ dt। I ਜਿਹੜਾ ਸਾਡਾ ਆਲਟਰਨੇਟਿੰਗ ਕਰੰਟ ਤੇ R ਰੈਜ਼ਿਸਟੈਂਸ ਐ dt। ਇਹ ਫਾਰਮੂਲਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਹੀਟ ਪ੍ਰੋਡਿਊਸ ਦਾ ਫਾਰਮੂਲਾ I ਸਕੁਅਰ RT ਤੇ ਟਾਈਮ ਅਸੀਂ ਕਿਹੜਾ ਲੈ ਕੇ ਚੱਲੇ ਆ, dt। ਆਹ ਵਾਲੀ I ਦੀ ਵੈਲਿਊ ਇਹਦੇ ਵਿੱਚ ਅਸੀਂ ਪੁੱਟ ਕਰਾਂਗੇ ਤੇ ਨਾਲ ਅਸੀਂ ਸਕੇਅਰਿੰਗ ਕਰਾਂਗੇ, ਔਰ DH ਇਕੁਅਲ ਟੂ I ਦੀ ਜਗ੍ਹਾ ਤੇ ਕੀ ਆਏਗਾ, I ਨॉट ਦਾ ਸਕੇਅਰ ਆ ਜਾਏਗਾ, ਨਾਲ ਆ ਜਾਏਗਾ ਸਾਡੇ ਕੋਲ sin ਸਕੁਅਰ ਓਮੇਗਾ t। ਜਦੋਂ I ਦੀ ਵੈਲਿਊ ਪੁੱਟ ਕਰੋਗੇ ਦੋਨਾਂ ਦੇ ਉੱਤੇ ਜਿਹੜਾ ਹੈ ਸਕੁਏਅਰਿੰਗ ਹੋ ਗਈ, ਨਾਲ ਆ ਜਾਏਗਾ R ਤੇ ਨਾਲ ਆ ਜਾਏਗਾ ਸਾਡੇ ਕੋਲ dt। this is the small amount of heat produced when the current passes through resistance R for small time dt। ਪਰ ਅਸੀਂ ਕਿੰਨਾ ਟਾਈਮ ਕਰੰਟ ਪਾਸ ਕਰਨਾ ਹੈ, ਅਸੀਂ ਤੇ ਪੂਰੇ ਸਾਈਕਲ ਦੀ ਗੱਲ ਕਰਨੀ ਹੈ। ਸਾਡੇ ਕੋਲ ਟਾਈਮ ਹੈਗਾ 0 to capital T। now total amount of heat produced, total amount of heat produced for time कितना, 0 to capital T is given by, टोटल जड़ी हीट आएगी ਉਹ ਕਿੰਨੀ ਆਏਗੀ, ਉਹ ਪਹਿਲਾਂ ਉਸ ਨੂੰ ਨਿਕਾਲਦੇ ਹਾਂ। is given by H, ਟੋਟਲ ਹੀਟ ਨੂੰ ਅਸੀਂ ਲਿਖਾਂਗੇ H ਦੇ ਨਾਲ, ਤੇ ਸਾਡੇ ਕੋਲ ਕੀ ਆਏਗਾ, ਇੰਟੈਗ੍ਰੇਸ਼ਨ ਕਰ ਦਾਂਗੇ 0 to T। ਕਾਦੀ ਇੰਟੈਗ੍ਰੇਸ਼ਨ ਕਰ ਦਾਂਗੇ ਅਸੀਂ, DH, ਸਮਾਲ ਹੀਟ ਦੀ ਇੰਟੈਗ੍ਰੇਸ਼ਨ ਕਰ ਦੋ ਪੂਰਾ 0 ਤੋਂ T ਤੱਕ। ਹੁਣ ਅਸੀਂ DH ਦੀ ਜਿਹੜੀ ਵੈਲਿਊ ਇੱਥੇ ਪੁੱਟ ਕਰਨ ਲੱਗੇ ਆ, ਸਾਡੇ ਕੋਲ ਆ ਜਾਏਗਾ 0 to T, ਅੱਗੇ ਆ ਜਾਏਗਾ ਸਾਡੇ ਕੋਲ I naught ਸਕੁਅਰ sin ਸਕੁਅਰ ਓਮੇਗਾ t r ਤੇ ਨਾਲ ਆ ਗਿਆ ਸਾਡੇ ਕੋਲ dt। ਇਹ ਸਾਡੇ ਕੋਲ ਜਿਹੜੀ ਹੈ ਇੱਕ ਇਕੁਏਸ਼ਨ ਤਿਆਰ ਹੋ ਗਈ ਹੈ, ਜਿਸ ਨੂੰ ਅਸੀਂ ਹੁਣ ਮੇਨ ਆਪਾਂ ਇਹਨੂੰ ਸੋਲਵ ਕਰਨਾ ਹੈ। ਨਾਓ h ਇਕੁਅਲ ਟੂ, h ਕਿਹਦੇ ਇਕੁਅਲ ਆਏਗਾ, ਜਿਹੜੀ ਚੀਜ਼ ਵਿੱਚੋਂ ਕਾਂਸਟੈਂਟ ਹੈ ਉਹਨੂੰ ਬਾਹਰ ਕੱਢੋ,
आई नॉट ਦਾ ਸਕੁਅਰ ਬਾਹਰ ਆ ਗਿਆ, ਆਰ ਵੀ ਸਾਡੇ ਕੋਲ ਬਾਹਰ ਆ ਜਾਏਗਾ ਤੇ ਅੰਦਰ ਜਿਹੜਾ ਰਹੇਗਾ sin ਸਕੁਅਰ ਓਮੇਗਾ ਟੀ 0 to t ਨਾਲ ਆ ਜਾਏਗਾ dt। ਆਰ ਨੂੰ ਕਿਉਂ ਬਾਹਰ ਕੱਢਿਆ? ਅਸੀਂ ਰੈਜ਼ਿਸਟੈਂਸ ਜਿਹੜੀ ਕੰਡਕਟਰ ਦੀ ਜਿਹੜੀ ਹੈ ਕਾਂਸਟੈਂਟ ਲੈ ਕੇ ਚੱਲੇ ਆ। ਨਾਓ sin ਸਕੁਅਰ ਓਮੇਗਾ ਟੀ dt ਮੈਨੇ ਚੇਂਜ ਇਨ ਟਾਈਮ, ਤੇ ਇੱਥੇ ਵੀ ਟਾਈਮ ਇਸ ਕਰਕੇ ਇਹਨੂੰ ਬਾਹਰ ਨਹੀਂ ਕਰ ਸਕਦੇ ਬੇਟਾ। ਇੱਕ ਹੁਣ ਫਾਰਮੂਲਾ ਜਿਹੜਾ ਤੁਸੀਂ ਯਾਦ ਰੱਖਣਾ ਹੈ, ਬਾਕੀ ਤੁਸੀਂ ਮੈਥਮੈਟਿਕਸ ਵਿੱਚ ਜਿਹੜੇ ਨਾਨ ਮੈਡੀਕਲ ਵਾਲੇ ਸਟੂਡੈਂਟਸ ਨੇ ਉਹਨਾਂ ਨੇ ਇਹਦੇ ਬਾਰੇ ਜਿਹੜਾ ਹੈ ਸਟੱਡੀ ਕੀਤਾ ਹੈ। ਮੈਡੀਕਲ ਵਾਲੇ ਜਿਹੜੇ ਸਟੂਡੈਂਟਸ ਨੇ ਉਹ ਕਿਰਪਾ ਚੰਗੇ ਤਰੀਕੇ ਨਾਲ ਇਹਨੂੰ ਜਿਹੜਾ ਧਿਆਨ ਦੇਣਾ। ਤੇ ਇਹ ਵਾਲੀ ਜਿਹੜੀ ਇੰਟੈਗ੍ਰੇਸ਼ਨ ਹੈ ਇਹ ਬਾਰ-ਬਾਰ ਜਿਹੜੀ ਹੈ ਮੇਰੇ ਨੈਕਸਟ ਆਰਟੀਕਲਾਂ ਦੇ ਵਿੱਚ ਯੂਜ਼ ਹੋਏਗੀ। ਇਸ ਚੀਜ਼ ਦਾ ਬੇਟਾ ਖਾਸ ਤੌਰ ਤੇ ਤੁਸੀਂ ਧਿਆਨ ਰੱਖਣਾ ਹੈ, ਇਹਨੂੰ ਆਪਣੇ ਮਾਈਂਡ ਦੇ ਵਿੱਚ ਚੰਗੇ ਤਰੀਕੇ ਨਾਲ ਜਿਹੜਾ ਹੈ ਇਹਨੂੰ ਸਾਂਭ ਕੇ ਰੱਖਣਾ ਹੈ। ਹਾਂਜੀ ਦੇਖੋ, ਜਿੱਥੇ ਵੀ ਸਾਡੇ ਕੋਲ sin ਸਕੁਅਰ ਓਮੇਗਾ ਟੀ ਆ ਜੇ, ਜੇ ਉਹਦੀ ਇੰਟੈਗ੍ਰੇਸ਼ਨ ਕਰਨੀ ਹੈ sin ਸਕੁਅਰ ਓਮੇਗਾ ਟੀ ਦੀ ਇੰਟੈਗ੍ਰੇਸ਼ਨ ਆ ਜੇ, ਪਹਿਲਾ ਸਟੈਪ ਯਾਦ ਰੱਖਣਾ ਹੈ, ਇਹਨੂੰ ਸਕੁਅਰ ਦੇਖਣਾ, ਉੱਤੇ ਸਕੁਅਰ ਹੈਗਾ। ਜੇ ਸਕੁਅਰ ਹੈ ਪਹਿਲਾਂ ਇਹਦੀ ਜਗ੍ਹਾ ਤੇ ਇੱਕ ਫਾਰਮੂਲਾ ਲਗਾਉਣਾ ਹੈ। ਉਹ ਫਾਰਮੂਲਾ ਕੀ ਹੈ? 1 ਮਾਈਨਸ cos ਓਮੇਗਾ ਟੀ ਓਵਰ 2। ਇਹ ਬੇਟਾ ਚੀਜ਼ ਜਿਹੜੀ ਹੈ ਧਿਆਨ ਰੱਖਣੀ ਹੈ। ਇਸ ਚੀਜ਼ ਦਾ ਧਿਆਨ ਰੱਖਣਾ ਹੈ। ਕਹਿਣ ਦਾ ਮਤਲਬ ਹੈ ਕਿ ਸਾਡੇ ਕੋਲ sin ਸਕੁਅਰ ਓਮੇਗਾ ਟੀ ਜਿਹੜਾ ਹੈ ਇਹਦਾ ਜਿਹੜਾ ਫਾਰਮੂਲਾ ਜਿਹੜਾ ਹੈ sin ਸਕੁਅਰ ਓਮੇਗਾ ਟੀ, ਇਹਦਾ ਫਾਰਮੂਲਾ ਕਿੰਨਾ ਹੁੰਦਾ ਹੈ? 1 ਮਾਈਨਸ cos 2 ਓਮੇਗਾ ਟੀ ਓਵਰ 2। ਜਿੱਥੇ ਵੀ ਇੰਟੈਗ੍ਰੇਸ਼ਨ ਦੇ ਅੰਦਰ ਸਾਈਨ ਦੇ ਉੱਪਰ ਸਕੁਅਰ ਆ ਗਿਆ ਤੇ ਧਿਆਨ ਰੱਖਣਾ ਹੈ ਇੰਟੈਗ੍ਰੇਸ਼ਨ ਹਾਲੇ ਹੱਲ ਨਹੀਂ ਕਰਨੀ, ਪਹਿਲਾਂ sin ਸਕੁਅਰ ਓਮੇਗਾ ਟੀ ਦੀ ਜਗ੍ਹਾ ਤੇ ਇਹ ਵਾਲਾ ਜਿਹੜਾ ਫਾਰਮੂਲਾ ਤੁਸੀਂ ਅਪਲਾਈ ਕਰਨਾ ਹੈ। ਨਾਓ ਤੁਹਾਡਾ ਫਾਰਮੂਲਾ ਕੀ ਬਣ ਜਾਏਗਾ? h is equal to I naught ਸਕੁਅਰ r ਤੇ ਸਾਡੇ ਕੋਲ ਆ ਗਿਆ 0 to t, ਇਹਦੀ ਜਗ੍ਹਾ ਦੇ ਉੱਤੇ 1 ਮਾਈਨਸ cos 2 ਓਮੇਗਾ ਟੀ ਓਵਰ 2, ਇਹਨੂੰ ਬ੍ਰੈਕਟ ਚ ਪਾ ਕੇ ਤੇ ਬਾਹਰ ਲਿਖ ਦੇਣਾ dt। ਬੇਟਾ ਇਹਨੂੰ ਚੰਗੇ ਤਰੀਕੇ ਨਾਲ ਨੋਟ ਕਰ ਲਓ। ਹਾਂਜੀ ਬੇਟਾ, ਇਸ ਆਰਟੀਕਲ ਜਦੋਂ ਮੇਰਾ ਖਤਮ ਹੋਏਗਾ ਕੁਝ ਮੈਂ ਤੁਹਾਡੇ ਨਾਲ ਜਿਹੜੀ ਗੱਲਾਂ ਕਰਨੀਆਂ ਜਿਹੜੀਆਂ ਤੁਸੀਂ ਹਮੇਸ਼ਾ ਯਾਦ ਰੱਖਣੀਆਂ, ਉਹਦੇ ਵਾਸਤੇ ਜਿਹੜਾ ਤੁਹਾਨੂੰ ਇਸ ਚੀਜ਼ ਦਾ ਜਿਹੜਾ ਖਾਸ ਧਿਆਨ ਰੱਖਣਾ ਪਏਗਾ। ਨਾਓ I ਸਕੁਅਰ r 1 ਮਾਈਨਸ cos 2 ਓਮੇਗਾ ਟੀ, 2 ਵਿੱਚੋਂ ਬਾਹਰ ਕੱਢ ਦਾਂਗੇ, ਕੀ ਆਏਗਾ ਅਗਲਾ ਸਟੈਪ ਦੇਖੋ? I naught ਸਕੁਅਰ r ਡਿਵਾਈਡਡ ਬਾਈ 2, ਆਹ ਵਾਲਾ 2 ਕਾਂਸਟੈਂਟ ਬਾਹਰ ਨਿਕਾਲ ਦਿੱਤਾ। ਇੰਟੈਗ੍ਰੇਸ਼ਨ ਦੇ ਵਿੱਚ 0 to t ਅੱਗੇ ਰਹਿ ਜਾਏਗਾ 1 ਮਾਈਨਸ cos 2 ਓਮੇਗਾ ਟੀ, ਇੱਕ ਬ੍ਰੈਕਟ ਚ ਦੇ ਨਾਲ ਰਹਿ ਗਿਆ ਬੇਟਾ ਸਾਡੇ ਕੋਲ dt ਆ ਗਿਆ। ਹਾਂਜੀ ਬੇਟਾ ਕਲੀਅਰ? ਇੱਥੋਂ ਤੱਕ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਹੈ। sin ਸਕੁਅਰ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਏ। ਨਾਓ ਇਹਦੇ ਵਿੱਚ ਮਾਈਨਸ ਆ ਰਿਹਾ, ਹੁਣ ਅਸੀਂ ਜਦੋਂ ਬ੍ਰੈਕਟ ਖੋਲਾਂਗੇ dt 1 ਦੇ ਨਾਲ ਵੀ ਲੱਗੇਗਾ ਤੇ dt a ਦੇ ਨਾਲ ਵੀ ਲੱਗੇਗਾ। ਕਹਿਣ ਦਾ ਮਤਲਬ ਸਾਡੇ ਕੋਲ ਦੋ ਇੰਟੈਗ੍ਰੇਸ਼ਨ ਹੋ ਜਾਣਗੀਆਂ ਔਰ ਦਿਸ ਇੰਪਲਾਈ ਸਾਡੇ ਕੋਲ h ਦੀ ਵੈਲਿਊ ਆਏਗੀ I naught ਸਕੁਅਰ r ਓਵਰ 2। ਮੈਂ ਇੱਥੇ ਦੇਖੋ ਬ੍ਰੈਕਟ ਪਾ ਲਈ, ਬ੍ਰੈਕਟ ਕਿਉਂ ਪਾਈ? ਕਿਉਂਕਿ ਮੇਰੀ ਇੰਟੈਗ੍ਰੇਸ਼ਨ ਜਿਹੜੀਆਂ ਨੇ ਹੁਣ ਦੋ ਹੋ ਜਾਣਗੀਆਂ। ਇੱਕ ਇੰਟੈਗ੍ਰੇਸ਼ਨ ਆ ਗਈ 1 into dt 0 to t ਮਾਈਨਸ ਦੂਜੀ ਆ ਗਈ cos 2 ਓਮੇਗਾ t dt 0 to t। ਹਾਂਜੀ ਬੇਟਾ ਦੇਖੋ 1 dt ਵਾਲੀ ਇੰਟੈਗ੍ਰੇਸ਼ਨ ਵੱਖਰੀ ਹੋ ਗਈ ਤੇ ਆਹ ਵਾਲੀ ਜਿਹੜੀ ਇੰਟੈਗ੍ਰੇਸ਼ਨ ਜਿਹੜੀ ਹੈ ਉਹਦੀ ਆਪਾਂ ਵੱਖਰੀ ਕਰ ਦਿੱਤੀ। ਆਈ ਥਿੰਕ ਕਿ ਤੁਹਾਨੂੰ ਜਿਹੜਾ ਹੈ ਇੱਥੋਂ ਤੱਕ ਆਰਟੀਕਲ ਕਲੀਅਰ ਹੋ ਗਿਆ। ਇਸ ਤੋਂ ਬਾਅਦ ਅਸੀਂ ਅੱਗੇ ਚਲੀਏ, ਸਾਡੇ ਕੋਲ ਜਿਹੜਾ ਹੈ h ਦੀ ਜਿਹੜੀ ਵੈਲਿਊ ਆਏਗੀ I naught ਸਕੁਅਰ r ਓਵਰ 2 ਤੇ ਸਾਡੇ ਕੋਲ ਕੀ ਆਏਗਾ dt। 1 ਦਾ ਕੋਈ ਮਤਲਬ ਨਹੀਂ, dt ਦੀ ਇੰਟੈਗ੍ਰੇਸ਼ਨ ਸਾਨੂੰ ਸਭ ਨੂੰ ਪਤਾ ਹੈ t ਮੋਡ ਪਾ ਕੇ ਸਾਡੇ ਕੋਲ ਲਿਮਟ ਆ ਜਾਏਗੀ 0 to t, ਇਹ ਸਭ ਨੂੰ ਪਤਾ ਹੈ। dt ਦੀ ਇੰਟੈਗ੍ਰੇਸ਼ਨ t ਤੇ ਲਿਮਟ ਕਿਹੜੇ ਪਾਸੇ ਪਾਈ ਦੀ ਹੈ? ਰਾਈਟ ਸਾਈਡ ਤੇ। ਅੱਗੇ ਆ ਗਿਆ ਵਿੱਚ ਮਾਈਨਸ cos ਦੀ ਇੰਟੈਗ੍ਰੇਸ਼ਨ, cos ਦੀ ਇੰਟੈਗ੍ਰੇਸ਼ਨ ਜਿਹੜੀ ਹੈ ਸਾਡੇ ਕੋਲ ਹੁੰਦੀ ਹੈ sin 2 ਓਮੇਗਾ t ਓਵਰ 2 ਓਮੇਗਾ ਤੇ ਮੋਡ ਪਾਉਣ ਤੋਂ ਬਾਅਦ 0 to t ਆ ਬ੍ਰੈਕਟ ਬੰਦ। ਬੇਟਾ cos
2 ओमेगा टी ਦੀ ਇੰਟੀਗ੍ਰੇਸ਼ਨ sin 2 ओमेगा टी ਪਰ ਜੋ t ਦੇ ਨਾਲ ਲੱਗਾ ਹੁੰਦਾ ਹੈ ਉਹ ਜਿਹੜਾ ਹੈ ਉਹਦਾ ਡਿਫਰੈਂਸ਼ੀਏਸ਼ਨ ਜਿਹੜੀ ਕਰਨੀ ਆ ਉਹ ਨੀਚੇ ਲਿਖ ਦੇਣੀ ਆਪਾਂ ਜੋ t ਦਾ ਕੋਐਫੀਸ਼ੀਐਂਟ ਹੋਏਗਾ ਨਾ ਉਹ ਨੀਚੇ ਨਾਲ ਥੱਲੇ ਆਪਾਂ ਡਿਵਾਈਡ ਕਰਨਾ ਹੈ ਨਾਓ h is equal to I naught square r divided by 2 ਪਹਿਲਾਂ ਅਸੀਂ dt ਦੀ ਇੰਟੀਗ੍ਰੇਸ਼ਨ ਬੇਟਾ ਇੱਥੇ dt ਸਮਾਲ ਸੀਗਾ ਇੱਥੇ ਸਮਾਲ t ਆਏਗਾ dt ਜਿਹੜਾ ਸਮਾਲ ਹੈ ਇਹਦੀ ਇੰਟੀਗ੍ਰੇਸ਼ਨ ਆਏਗੀ t ਨਾਓ ਸਮਾਲ t ਦੀ ਜਗ੍ਹਾ ਦੇ ਉੱਤੇ ਪਹਿਲਾਂ ਅਸੀਂ ਪੁੱਟ ਕਰਾਂਗੇ ਕੈਪੀਟਲ T ਦੀ ਜਗ੍ਹਾ ਤੇ ਪਹਿਲਾਂ ਅਪਰ ਲਿਮਿਟ ਫਿਰ ਮਾਈਨਸ ਦਾ ਨਿਸ਼ਾਨ ਪਾ ਕੇ ਇਹਦੀ ਜਗ੍ਹਾ ਤੇ ਅਸੀਂ ਲੋਅਰ ਲਿਮਿਟ ਪੁੱਟ ਕਰਤੀ ਹਾਂਜੀ ਬੇਟਾ ਕਲੀਅਰ ਅੱਗੇ ਆ ਗਿਆ ਮਾਈਨਸ ਇਹ ਵਿੱਚੋਂ ਅਸੀਂ ਓਮੇਗਾ ਬਾਹਰ ਕੱਢ ਦਿੱਤਾ 2 ओमेगा ਵਿੱਚੋਂ 1 over 2 ओमेगा ਬਾਹਰ ਕਿਉਂਕਿ ਅਸੀਂ ਲਿਮਿਟ ਸਿਰਫ t ਦੀ ਜਗ੍ਹਾ ਦੇ ਉੱਤੇ ਪੁੱਟ ਕਰਨੀ ਹੈ ਨਾਓ ਸਾਡੇ ਕੋਲ ਕੀ ਆ ਜਾਏਗਾ sin 2 ओमेगा ਦੀ जगह ਤੇ ਅਸੀਂ ਕੱਲ ਵੀ ਸਟੱਡੀ ਕੀਤਾ ਹੈ 2 ਪਾਈ ਬਾਈ ਕਿੰਨਾ ਆ ਗਿਆ t sin ਦੀ ਜਗ੍ਹਾ ਤੇ sin 2 ਦਾ 2 ओमेगा ਦੀ ਜਗ੍ਹਾ ਤੇ 2 ਪਾਈ ਬਾਈ t ਦਾ ਫਾਰਮੂਲਾ ਲਗਾਤਾ ਤੇ ਸਮਾਲ t ਦੀ ਜਗ੍ਹਾ ਤੇ ਪਹਿਲਾਂ ਕੈਪੀਟਲ T ਮਾਈਨਸ sin 0 sin 0 ਕਿਉਂ ਕਿਉਂਕਿ ਅਸੀਂ ਜਦੋਂ ਲਿਮਿਟ 0 ਭਰਾਂਗੇ ਇਹ ਸਾਰਾ ਹੀ 0 ਹੋ ਜਾਏਗਾ sin 0 ਨਾਓ ਇਸ ਤੋਂ ਬਾਅਦ ਸਾਡੇ ਕੋਲ ਕੀ ਆਏਗਾ h is equal to I naught square r over 2 ਇੱਥੇ ਕੱਲਾ t ਰਹਿ ਗਿਆ t minus 0 ਸਾਡੇ ਕੋਲ ਆ ਜਾਏਗਾ t minus 1 over 2 omega ਆ t ਨਾ t ਕੈਂਸਲ ਸਾਡੇ ਕੋਲ ਬਚ ਗਿਆ sin 4 pi minus sin 0 sin 0 ਇੱਥੇ 4 pi ਬਚ ਗਿਆ ਇੱਥੇ sin 0 but sin 0 0 sin ਜਿਹੜਾ 4 pi ਹੁੰਦਾ ਹੈ ਉਹ ਵੀ 0 ਇਹ ਦੋਨੋਂ ਹੀ 0 बेटा sin 0 भी 0 sin pi भी 0 2 pi भी 0 3 pi भी 0 4 pi भी 0 जिन्ने मर्जी पाई लगाई चलो ईवन ਆਪਾਂ ਜਿਹੜਾ ऑड ਨੰਬਰ ਉਹ ਸਾਡੇ ਸਾਰੇ ਕਿੰਨੇ ਹੁੰਦੇ 0 ਆ ਵੀ 0 ਹੈ ਆ ਵੀ 0 ਤੇ ਸਾਡੇ ਕੋਲ h ਦੀ ਜਿਹੜੀ ਵੈਲਿਊ ਬਚੇਗੀ I naught square r over 2 t minus 0 ਇਹ ਸਾਡੇ ਕੋਲ ਜਿਹੜੀ ਹੈ ਉਹ ਵੈਲਿਊ ਬਚ ਗਈ आ वाली वैल्यू आ गई ब्रैकेट आ गई t आ गया माइनस आ भी 0 ਤੇ ਆ ਵੀ 0 ਇਹ ਸਾਰਾ ਹੀ 0 ਹੋਣ ਕਰਕੇ ਬ੍ਰੈਕਟ ਦੇ ਬਾਅਦ ਸਾਰਾ ਹੀ ਖਤਮ ਹੋ ਗਿਆ ਇਹ ਇੰਨਾ ਹਿੱਸਾ ਸਾਰਾ ਖਤਮ ਸਾਡੇ ਕੋਲ ਆ ਗਿਆ t - 0 is equal to I naught square r over 2 into t ਇਹ ਸਾਡੀ ਜਿਹੜੀ ਹੈ ਇਕੁਏਸ਼ਨ ਨੰਬਰ ਜਿਹੜੀ ਬਣ ਗਈ 2 this is the heat produced by alternating current ਇਹ ਹੀਟ ਸਾਡੀ ਆਲਟਰਨੇਟਿੰਗ ਕਰੰਟ ਨੇ ਪੈਦਾ ਕੀਤੀ ਕਾਦੇ ਵਿੱਚ ਪੈਦਾ ਕੀਤੀ ਕੰਡਕਟਰ ਚ ਜਿਹਦੀ ਰੈਜ਼ਿਸਟੈਂਸ ਕਿੰਨੀ ਹੈ R ਤੇ ਕਿੰਨੇ ਟਾਈਮ ਵਾਸਤੇ ਕਰੰਟ ਪਾਸ ਕੀਤਾ ਅਸੀਂ ਟਾਈਮ ਲਿਖਿਆ ਸੀਗਾ ਪੂਰਾ ਟਾਈਮ ਜਿਹੜਾ ਹੈ 0 to t ਤੱਕ ਅਸੀਂ ਜਿਹੜਾ ਹੈ ਕਰੰਟ ਪਾਸ ਕੀਤਾ ਸੀ ਨਾਓ ਥਿਸ ਇਜ਼ the heat produced by the alternating current ਤੇ ਜੇ ਇਨੀ ਹੀਟ ਕੌਣ ਪੈਦਾ ਕਰੇ ਜੇ ਇਨੀ ਹੀਟ ਸਟੈਡੀ ਕਰੰਟ ਪ੍ਰੋਡਿਊਸ ਕਰਦਾ ਹੈ ਫਿਰ ਸਟੈਡੀ ਕਰੰਟ ਦੀ ਵੈਲਿਊ ਨੂੰ ਅਸੀਂ ਬੋਲਾਂਗੇ ਰੂਟ ਮੀਨ ਸਕੁਅਰ ਵੈਲਿਊ ਨਾਓ ਇਫ I R M S B ਦਾ ਕਿਹੜੀ ਵੈਲਿਊ ਹੈਗੀ ਹੈ ਸਾਡੇ ਕੋਲ ਰੂਟ ਮੀਨ ਸਕੁਅਰ ਵੈਲਿਊ ਆਫ ਆਲਟਰਨੇਟਿੰਗ ਕਰੰਟ then H is equal to I square RT ਇੱਥੇ ਸਾਡੇ ਕੋਲ ਆ ਗਿਆ ਰੂਟ ਮੀਨ ਸਕੁਅਰ ਜੇਕਰ ਰੂਟ ਮੀਨ ਸਕੁਅਰ ਵੈਲਿਊ ਸਾਡੀ ਆ ਗਈ ਇਹੋ ਸਾਡੀ ਸਟੈਡੀ ਵੈਲਿਊ ਹੈ ਨਾਓ H is equal to I square RMS into RT this is equation number 2 from 1 and 2 from 1 and 2 we get ਆ ਵੀ ਹੀਟ ਹੋਣੀ ਹੈ ਸੇਮ ਅਮਾਉਂਟ ਆਫ ਹੀਟ ਅਸੀਂ ਐਕਚੁਅਲੀ ਕਿਹਾ ਦੋਨਾਂ ਨੂੰ ਇਕੁਏਟ ਕਰ ਲਓ from 1 and 2 RMS square RT is equal to I naught square RT divided by 2
RT ਨਾਲ RT ਜਿਹੜਾ ਹੈ ਸਾਡਾ ਕੈਂਸਲ ਹੋ ਗਿਆ। ਇਹ ਦੋਨੋਂ ਵੈਲਿਊਜ਼ ਜਿਹੜੀਆਂ ਅਸੀਂ ਇਕੁਏਟ ਕਰਤੀਆਂ। ਇੱਥੇ ਇਕੁਏਸ਼ਨ ਨੰਬਰ ਤੁਸੀਂ 3 ਪਾਓਗੇ ਫਰੋਮ 2 and 3 ਸੈਕੰਡ ਤੇ ਥਰਡ ਲਿਖੋ, ਕਿਉਂਕਿ ਪਹਿਲੀ ਇਕੁਏਸ਼ਨ ਅਸੀਂ ਦੂਜੀ ਪਾਈ ਸੀ। ਫਰੋਮ ਸੈਕੰਡ ਐਂਡ ਥਰਡ ਵੀ ਗੈਟ, ਦੋਨੋਂ ਵੈਲਿਊਜ਼ ਆ ਗਈਆਂ। ਸਾਡੇ ਕੋਲ ਆ ਗਿਆ RMS ਸਕੁਅਰ is equal to I naught square over 2। ਤੇ ਜਦੋਂ ਅਸੀਂ ਸਕੁਅਰ ਛੱਡਾਂਗੇ ਤੇ ਇੱਥੇ ਜਿਹੜਾ ਹੈ ਇਹਦੇ ਉੱਪਰ ਅੰਡਰਰੂਟ ਆਨ ਕਰਕੇ ਸਾਡੇ ਕੋਲ ਆ ਜਾਏਗਾ I naught over अंडररूट 2। रूट मीन स्क्वायर वैल्यू जड़ी है पीक वैल्यू डिवाइडेड बाय स्क्वायर रूट 2। मैं दोबारा लिख देना है I, याद कर लेना है IV, भावे बोलो I इफेक्टिव, भावे बोलो I रूट मीन स्क्वायर वैल्यू, सारियां दी वैल्यू कितनी आंदी है I naught over अंडररूट 2। बेटा यह फॉर्मूला जिहड़ा है तुसी याद रखना। ਤੇ ਜੇ ਅਸੀਂ ਇਹਨੂੰ ਦੇਖਿਆ ਜਾਵੇ ਸਾਰੇ ਨੂੰ ਸੋਲਵ ਕਰਕੇ ਦੇਖੀਏ ਤੇ ਇਹ ਤੁਹਾਡੀ 70.7% ਆਫ I naught, ਜਿਹਦੇ ਪਰਸੈਂਟੇਜ ਨਿਕਾਲ ਦਈਏ ਜਿਸ ਤਰ੍ਹਾਂ ਉਹ 63.7% ਆਈ ਸੀ ਮੀਨ ਵੈਲਿਊ, ਇਹ ਤੁਹਾਡੀ 70.7% ਬਣਦੀ ਹੈ। रूट मीन स्क्वायर वैल्यू इज ग्रेटर दैन मीन वैल्यू ऑफ अल्टरनेटिंग करंट। मीन वैल्यू अल्टरनेटिंग करंट ਦੀ ਜਿਹੜੀ ਸੀਗੀ ਉਹਦੀ ਵੈਲਿਊ ਆਪਾਂ ਡਿਸਕਸ ਕੀਤੀ ਸੀ, ਉਹਦੀ ਆਨਸਰ ਆਇਆ ਸੀਗਾ 63.7, ਪਰ ਜਿਹੜੀ ਸਾਡੀ रूट मीन स्क्वायर वैल्यू है इट इज 70.7% ऑफ I naught। मीन वैल्यू ਅਸੀਂ हाफ साइकिल ਦੀ ਨਿਕਾਲਣੀ ਹੈ ਤੇ ਜਿਹੜੀ ਸਾਡੀ रूट मीन स्क्वायर वैल्यू है ਇਹ ਅਸੀਂ ਜਿਹੜੀ ਹੈ फुल साइकिल ਦੀ ਅਸੀਂ ਨਿਕਾਲਦੇ ਹਾਂ ਤੇ ਇਹਦੀ ਜਿਹੜੀ ਵੈਲਿਊ ਕਿੰਨੀ ਹੁੰਦੀ ਹੈ इट इज I naught over अंडररूट 2। ਆ ਦੇਖੋ ਜੇਕਰ ਸਾਡੇ ਕੋਲ ਮੈਂ ਇੱਥੇ ਲਿਖ ਦੇਣਾ ਹੈ रूट मीन स्क्वायर वैल्यू I naught over अंडररूट 2, ਆ ਲਿਖ ਦਿੱਤੀ। ਜੇਕਰ ਮੇਰੇ ਕੋਲ ਪੀਕ ਵੈਲਿਊ ਗਿਵਨ ਹੋਵੇ, ਆ ਧਿਆਨ ਰੱਖਣਾ ਹੈ, ਜੇਕਰ ਪੀਕ ਵੈਲਿਊ ਜਿਹੜੀ ਹੈ ਜਿਹਨੂੰ ਬੋਲਦੇ ਆ I naught, ਮੰਨ ਲਓ ਕਿ ਇਹ ਸਾਡੇ ਕੋਲ ਗਿਵਨ ਹੈ। ਜੇ ਪੀਕ ਵੈਲਿਊ ਗਿਵਨ ਹੈ ਉਹਨੂੰ ਅੰਡਰਰੂਟ 2 ਦੇ ਨਾਲ ਡਿਵਾਈਡ ਕਰ ਦਿਓ, ਉਹਨੂੰ ਸਕੁਅਰ ਰੂਟ 2 ਨਾਲ ਡਿਵਾਈਡ ਕਰ ਦੋਗੇ, ਫਿਰ ਸਾਡੇ ਕੋਲ ਜਿਹੜੀ ਹੈ रूट मीन स्क्वायर वैल्यू ਜਿਹੜੀ ਹੈ ਉਹ ਨਿਕਲ ਆਇਆ ਕਰੇਗੀ। ਜਦੋਂ ਵੀ ਨਿਊਮੈਰੀਕਲ ਦੇ ਤੁਹਾਨੂੰ ਪੀਕ ਵੈਲਿਊ ਦੇਤੀ, if I say peak value is 80, कोई वैल्यू देती पीक वैल्यू 80 एम्पीयर है, मिली एम्पीयर है, ਅਸੀਂ रूट मीन स्क्वायर वैल्यू निकालनी है 80 ਨੂੰ अंडररूट 2 ਦੀ ਵੈल्यू ਤੁਹਾਨੂੰ ਸਭ ਨੂੰ ਪਤਾ ਹੈ 1.414, ਇਹਦੇ ਨਾਲ ਅਸੀਂ ਇਹਨੂੰ ਡਿਵਾਈਡ ਕਰ ਦੇਣਾ ਬੇਟਾ। ਹਾਂਜੀ ਬੇਟਾ ਕਲੀਅਰ। ਤੇ ਜੇਕਰ ਅਸੀਂ ਇਹਨੂੰ ਤਾਂ ਲੈ ਜਾਈਏ ਤੇ I naught ਦੀ ਵੈल्यू ਆ ਜਾਏਗੀ स्क्वायर रूट 2 into रूट मीन स्क्वायर। ਤੇ ਜੇ ਅਸੀਂ रूट मीन वैल्यू ਜਿਹੜੀ पीक वैल्यू है ਉਹ ਨਿਕਾਲਣੀ ਹੈ, ਜੇ ਅਸੀਂ पीक वैल्यू ਨਿਕਾਲਣੀ ਹੈ ਤੇ रूट मीन स्क्वायर वैल्यू ਨੂੰ अंडररूट 2 ਨਾਲ ਮਲਟੀਪਲਾਈ ਕਰ ਦੇਣਾ। ਹਾਂਜੀ ਬੇਟਾ ਕਲੀਅਰ। ਜੇ ਤੇ I naught ਗਿਵਨ ਹੈ, ਇਹ ਦਿੱਤਾ ਹੈ ਤੇ ਅਸੀਂ RMS ਨਿਕਾਲਣਾ ਹੈ ਤੇ ਫਿਰ I naught ਨੂੰ अंडर 2 ਨਾਲ ਡਿਵਾਈਡ ਕਰ ਦਿਓ। ਤੇ ਜੇ रूट मीन स्क्वायर वैल्यू ਗਿਵਨ ਹੈ ਤੇ ਫਿਰ ਅਸੀਂ ਜੇ ਪੀਕ ਵੈਲਿਊ ਨਿਕਾਲਣੀ ਹੈ ਤੇ ਅੰਡਰਰੂਟ 2 ਦੇ ਨਾਲ ਜਿਹੜਾ ਹੈ ਅਸੀਂ ਉਹਨੂੰ ਮਲਟੀਪਲਾਈ ਕਰ ਦੇਣਾ ਬੇਟਾ। ਇਹ ਚੀਜ਼ ਯਾਦ ਰੱਖਣੀ ਹੈ, ਦੋਨੋਂ ਫਾਰਮੂਲੇ ਅੰਡਰਰੂਟ 2 ਨਾਲ ਡਿਵਾਈਡ ਕਦੋਂ ਕਰਨਾ ਹੈ, ਅੰਡਰਰੂਟ 2 ਦੇ ਨਾਲ ਜਿਹੜਾ ਹੈ ਮਲਟੀਪਲਾਈ ਕਦੋਂ ਕਰਨਾ ਹੈ, ਇਹ ਤੁਹਾਨੂੰ ਇਹ ਫਾਰਮੂਲੇ ਜਿਹੜੇ ਆ ਯਾਦ ਰੱਖਣੇ ਪੈਣਗੇ। ਤੇ ਮੀਨ ਵੈਲਿਊ ਤੇ रूट मीन स्क्वायर वैल्यू ਦੇ ਵਿੱਚੋਂ ਜ਼ਿਆਦਾ ਕਿਹੜੀ ਹੁੰਦੀ ਹੈ ਸਾਡੀ रूट मीन स्क्वायर वैल्यू। ਮੀਨ ਵੈਲਿਊ ਕਿਵੇਂ ਨਿਕਾਲਦੇ ਆ ਬਾਈ ਕੈਲਕੂਲੇਟਿੰਗ ਦਾ ਚਾਰਜ ਸੈਂਡਿੰਗ, ਤੇ ਜਿਹੜੀ ਸਾਡੀ रूट मीन स्क्वायर वैल्यू ਕਿਵੇਂ ਨਿਕਾਲਦੇ ਆ ਬਾਈ ਪ੍ਰੋਡਿਊਸਿੰਗ ਦਾ ਹੀਟ, ਇਹ ਹੀਟ ਦੇ ਅਕੋਰਡਿੰਗ ਚੱਲਦੀ ਹੈ। ਹਾਂਜੀ ਬੇਟਾ ਕਲੀਅਰ। ਨਾਓ ਇੱਕ ਆਮ ਛੋਟਾ ਜਿਹਾ ਕੁਐਸਚਨ ਆਂਦਾ ਹੈ, ਇੱਕ ਸਾਡੇ ਕੋਲ ਡੀਸੀ ਵੋਲਟੇਜ ਹੈ ਸਟੈਡੀ ਜਿਹਦੀ ਵੈਲਿਊ ਫਿਕਸ ਹੁੰਦੀ ਹੈ 220 ਵੋਲਟ ਡੀਸੀ ਤੇ ਇੱਕ 220 ਵੋਲਟ ਏਸੀ। ਇਹਨਾਂ ਦੋਨਾਂ ਵਿੱਚੋਂ ਡੇਂਜਰਸ ਕਿਹੜੀ ਹੈ, ਖਤਰਨਾਕ ਕਿਹੜੀ ਹੈ? ਮਤਲਬ 220 ਵੋਲਟ ਆ ਰਹੇ ਨੇ ਜਿਹੜੇ ਸਾਡੇ ਘਰਾਂ ਦੇ ਵਿੱਚ ਜਿਹੜੇ ਵੋਲਟ ਆਉਂਦੇ ਨੇ
ਉਹ ਕਿੰਨੇ ਆਉਂਦੇ ਆ 220 ਵੋਲਟ ਆਉਂਦੇ ਨੇ। ਹੁਣ 220 ਵੋਲਟ AC ਖਤਰਨਾਕ ਹੈ ਕਿ 220 ਵੋਲਟ DC ਖਤਰਨਾਕ ਹੈ? ਆਓ ਇਹਦੇ ਬਾਰੇ ਜਿਹੜਾ ਅਸੀਂ ਡਿਸਕਸ ਕਰ ਲਈਏ। ਜਿਹੜਾ 220 ਵੋਲਟ ਜਿਹੜਾ DC ਹੋਏਗਾ ਉਹ ਐਕਚੁਅਲੀ 220 ਵੋਲਟ ਹੀ ਹੈ, ਕਿਉਂਕਿ ਉਹ ਵੈਲਿਊ ਜਿਹੜੀ ਹੈ ਉਹ ਫਿਕਸ ਹੈ। DC ਜਿਹੜਾ ਕਨਸਟੈਂਟ ਕਰੰਟ ਹੈ ਉਹਦੀ ਵੈਲਿਊ ਨਹੀਂ ਚੇਂਜ ਹੋਏਗੀ। ਜੇ ਮੈਂ ਬੋਲਦਾ ਕਿ 220 ਵੋਲਟ DC ਆ ਰਿਹਾ ਹੈ, ਇਹਦਾ ਮਤਲਬ ਹੈ ਕਿ ਉਹ 220 ਵੋਲਟ ਹੀ ਹੈ। ਹਾਂਜੀ ਬੇਟਾ ਕਲੀਅਰ, ਉਹ ਤੇ ਫਿਕਸ ਹੈ 220 ਵੋਲਟ। ਬਟ ਇਫ ਆਈ ਸੇ 220 ਵੋਲਟ AC ਇਜ਼ ਕਮਿੰਗ, 220 ਵੋਲਟ AC ਆ ਰਿਹਾ ਬੇਟਾ, ਉਹ ਜਿਹੜਾ 220 ਵੋਲਟ AC ਹੈ ਨਾ, that is the root mean square value। ਜਿਹੜਾ ਅਸੀਂ ਕਹਿੰਦੇ ਕਿ 220 ਵੋਲਟ ਜਿਹੜਾ ਆਲਟਰਨੇਟਿੰਗ ਜਿਹੜੀ ਵੋਲਟੇਜ ਆ ਰਹੀ ਹੈ ਉਹ ਸਾਡੇ ਕੋਲ ਜਿਹੜੀ ਹੈ ਉਹ 220 ਵੋਲਟ ਹੈ। ਉਹ ਸਾਡੀ ਕਿਹੜੀ ਵੈਲਿਊ ਹੁੰਦੀ ਹੈ? ਰੂਟ ਮੀਨ ਸਕੁਅਰ ਵੈਲਿਊ ਆਫ EMF। ਬੇਟਾ ਇਹ ਵਾਲੇ ਜਿਹੜੇ ਫਾਰਮੂਲੇ ਨੇ ਇਹ ਤੇ ਮੈਂ ਕਰੰਟ ਬਾਰੇ ਲਿਖੇ ਨੇ, ਇਹ ਤੁਹਾਨੂੰ ਕਲੀਅਰ। ਇਸ ਤਰ੍ਹਾਂ ਹੀ ਜਿਹੜੇ ਸੇਮ ਫਾਰਮੂਲੇ ਜਿਹੜੇ ਨੇ ਉਹ ਸਾਡੇ EMF ਦੇ ਵੀ ਹੈਗੇ ਆ। ਰੂਟ ਮੀਨ ਸਕੁਅਰ ਵੈਲਿਊ ਆਫ ਆਲਟਰਨੇਟਿੰਗ EMF ਕਿੰਨੀ ਆਏਗੀ? ਇੱਥੇ ਕਰੰਟ ਹੈ, ਇੱਥੇ ਪੀਕ ਵੈਲਿਊ ਦੂਜੀ ਲਿਖ ਦੋ, ਡਿਵਾਈਡਡ ਬਾਈ √2। ਬੇਟਾ ਸੇਮ ਫਾਰਮੂਲਾ ਇਹਦੇ ਵਾਸਤੇ ਲੱਗੇਗਾ। ਆ ਕਰੰਟ ਵਾਲੇ ਫਾਰਮੂਲੇ ਨੇ, ਇਹ ਤੁਹਾਡੇ EMF ਵਾਲੇ ਨੇ। ਤੇ ਇਸੇ ਤਰੀਕੇ ਨਾਲ ਜੇ E0 ਨਿਕਾਲਣਾ ਹੈ, ਇੱਥੇ I0 ਇੱਥੇ E0, √2 ਇੱਧਰ ਲੈ ਗਏ ਤੇ ਨਾਲ ਆ ਜਾਏਗਾ ERMS। ਆ ਸਾਡਾ ਜਿਹੜੀ ਵੈਲਿਊ ਹੈ। ਨਾਓ ਮੈਂ ਹੁਣ ਗੱਲ ਕਰ ਰਿਹਾ ਵੋਲਟੇਜ ਬਾਰੇ। 220 ਵੋਲਟ AC ਤੇ 220 ਵੋਲਟ DC ਕਿਹੜੀ ਖਤਰਨਾਕ? ਮੈਂ ਪਹਿਲਾਂ ਹੀ ਆਨਸਰ ਦੇ ਚੁੱਕਾ ਕਿ 220 ਵੋਲਟ ਜਿਹੜੀ AC ਹੈ ਨਾ ਉਹ ਜ਼ਿਆਦਾ ਖਤਰਨਾਕ ਹੈ। ਕਿਉਂ? 220 ਵੋਲਟ DC ਦਾ ਮਤਲਬ ਹੈ ਕਿ ਉਹ ਹੈ ਹੀ 220 ਵੋਲਟ, ਨਾ ਵੱਧ ਨਾ ਘੱਟ, ਉਹਦੀ ਵੈਲਿਊ ਫਿਕਸ ਹੈ 220 ਵੋਲਟ। ਪਰ ਜਿਹੜੀ ਮੈਂ 220 ਵੋਲਟ AC ਦੀ ਗੱਲ ਕਰਾਂਗਾ ਉਹ 220 ਵੋਲਟ ਜਿਹੜੀ ਹੈ ਮੇਰੀ ਰੂਟ ਮੀਨ ਸਕੁਅਰ ਵੈਲਿਊ ਹੈ। 220 ਵੋਲਟ ਜਿਹੜੀ ਹੈ ਮੇਰੀ ਰੂਟ ਮੀਨ ਸਕੁਅਰ ਵੈਲਿਊ ਗਿਵਨ ਹੈ। ਤੇ ਜੇ ਮੈਂ ਰੂਟ ਮੀਨ ਸਕੁਅਰ ਵੈਲਿਊ ਗਿਵਨ ਹੈ, ਇਹ ਹੈਗੀ ਆ 220 ਵੋਲਟ, ਤੇ ਜੇ ਇਥੋਂ ਇਹਦੀ ਪੀਕ ਨਿਕਾਲਾਂਗੇ, ਜਿਹੜੀ ਮੈਂ 220 ਵੋਲਟ ਗੱਲ ਕਰ ਰਿਹਾ ਨਾ AC, ਉਹ ਰੂਟ ਮੀਨ ਸਕੁਅਰ ਵੈਲਿਊ ਹੁੰਦੀ ਹੈ, ਉਹ 220 ਹੋ ਗਈ। ਤੇ ਜੇ ਅਸੀਂ ਪੀਕ ਕੱਢ ਕੇ ਦੇਖੀਏ ਤੇ ਕਿਵੇਂ ਨਿਕਲੇਗੀ ਪੀਕ? √2 ਮਲਟੀਪਲਾਈ ਬਾय ਰੂਟ ਮੀਨ ਸਕੁਅਰ। ਇਹਦੀ ਪੀਕ ਨਿਕਾਲੀਏ, ਮੈਕਸਿਮਮ ਵੈਲਿਊ ਨਿਕਾਲੀਏ, √2 ਨਾਲ ਆਪਾਂ ਨੂੰ ਮਲਟੀਪਲਾਈ ਕਰਨਾ ਪਏਗਾ। ਤੇ ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਲਗਭਗ ਇਹ ਸਾਡੇ ਕੋਲ ਜਿਹੜੀ ਹੈ 311 ਵੋਲਟ ਬੇਟਾ ਬਣ ਜਾਂਦੀ ਹੈ। 311 ਵੋਲਟ ਆਪੇ ਹਿਸਾਬ ਲਾਓ। ਜੇ ਤੇ DC ਹੈ 220 ਤੇ ਉਹ 220 ਹੀ ਹੈ, ਕਾਂਸਟੈਂਟ ਹੈ। ਪਰ ਜੇ ਆਲਟਰਨੇਟਿੰਗ 220 ਹੈ, ਉਹ ਤੇ ਉਹਦੀ ਰੂਟ ਮੀਨ ਸਕੁਅਰ ਵੈਲਿਊ ਹੈ, ਉਹਦੀ ਪੀਕ ਵੈਲਿਊ ਕਿੰਨੀ ਆਏਗੀ? ਉਹਦੀ ਮੈਕਸਿਮਮ ਵੈਲਿਊ 311 ਵੋਲਟ ਬਣ ਜਾਏਗੀ। ਤੇ ਬੇਟਾ ਉਹ ਕਿੰਨੀ ਜ਼ਿਆਦਾ ਵੱਧ ਗਈ, ਉਹ ਖਤਰਨਾਕ ਹੈ। ਇਸ ਕਰਕੇ ਜਿਹੜੀ ਸਾਡੀ AC ਜਿਹੜੀ ਵੋਲਟੇਜ ਹੈ, ਇਟ ਇਜ਼ ਮੋਰ ਡੇਂਜਰਸ ਦੈਨ ਦਾ DC ਵੋਲਟੇਜ। ਹਾਂਜੀ ਬੇਟਾ ਇੱਥੇ ਤੱਕ ਤੁਹਾਨੂੰ ਲੱਗਦਾ ਕਲੀਅਰ ਹੈ। ਹੁਣ ਇਹ ਦੋ ਆਰਟੀਕਲਸ ਜਿਹੜੇ ਨੇ ਬੇਟਾ ਇਹਨਾਂ ਨੂੰ ਤੁਸੀਂ ਚੰਗੇ ਤਰੀਕੇ ਨਾਲ ਕਰਨਾ ਹੈ। ਨਾਓ ਇਸ ਤੋਂ ਬਾਅਦ ਮੈਂ ਜਿਹੜਾ ਨੈਕਸਟ ਆਰਟੀਕਲ ਸਟਾਰਟ ਕਰਨ ਲੱਗਾ ਉਹ ਹੈਗਾ ਸਾਡਾ ਹੁਣ ਰੈਜ਼ਿਸਟੈਂਸ, ਕੈਪੈਸਿਟਰ ਤੇ ਇੰਡਕਟਰ। ਇਹਨਾਂ ਤਿੰਨਾਂ ਦੇ ਬਿਹੇਵੀਅਰ ਨੂੰ ਅਸੀਂ ਸਟੱਡੀ ਕਰਾਂਗੇ ਜਦੋਂ ਇਹਨਾਂ ਦੇ ਉੱਤੇ ਅਸੀਂ ਆਲਟਰਨੇਟਿੰਗ ਵੋਲਟੇਜ ਜਿਹੜੀ ਹੈ ਅਪਲਾਈ ਕਰਾਂਗੇ। ਥੈਂਕ ਯੂ।